जी अस्सलाम वालेकुम। की हाल चाल है, ठीक हो? ए लंडन ਦੇ ਬੜੇ ਬਿਹਤਰੀਨ ਮੌਸਮ ਹੋਇਆ, ਦੇਖੋ ਧੁੱਪਾਂ ਨਿਕਲੀਆਂ ਨੇ ਤੇ ਜੈਕਟ ਸੁਕਰੇ ਪਾਣ ਆਇਆ ਸਾਂ। ਮੈਂ ਕਿਹਾ ਤੁਹਾਡੇ ਨਾਲ ਗੱਲਬਾਤ ਵੀ ਕਰ ਲਈਏ। ਜੈਕਟ ਸੁਕਰੇ ਪਾਈਏ, ਕੰਮ ਕਰੀਦਾ ਭਾਈ ਜੀ। ਕੰਮ ਕਰਨ ਦਾ ਕੋਈ ਮੇਰਾ ਤੇ ਨਹੀਂ ਹੈਗਾ, ਕੋਈ ਮੇਰਾ ਨਹੀਂ ਹੈਗਾ। ਕੰਮ ਕਰਨਾ ਚਾਹੀਦਾ ਆਪਣਾ, ਸੁਨਨਤ ਰਸੂਲ ਹੈ। ਆਪਣਾ ਕੰਮ ਆਪ ਕਰਨਾ ਸੁਨਨਤ ਰਸੂਲ ਹੈ, ਤੁਹਾਡਾ ਕੋਈ ਘੱਟ ਘੁੱਟ ਨਹੀਂ ਜਾਂਦਾ। ਗੱਲ ਹੈਗੀ ਕਿ ਬੰਦੇ ਮੁਸਲਮਾਨ, ਅਸੀਂ ਮੁਸਲਮਾਨ ਹੋ ਕੇ ਨਾ, ਸਾਨੂੰ ਜਦੋਂ ਆਇਆ ਇਸਲਾਮ ਤੇ ਸਾਡੇ ਕੋਲ ਤੱਕ ਇਸਲਾਮ ਦਾ ਪੈਗਾਮ ਪਹੁੰਚਿਆ। ਪਹਿਲੀ ਗੱਲ ਤੇ ਕਿ ਇਸਲਾਮ ਮਜ਼ਹਬ ਨਹੀਂ ਹੈਗਾ, ਇਸਲਾਮ ਦੀਨ ਹੈ। ਦੀਨ ਇੱਕ ਮੁਕੰਮਲ ਜ਼ਾਬਤਾ ਹਯਾਤ ਹੁੰਦਾ ਹੈ ਤੇ ਮਜ਼ਹਬ ਦੇ ਵਿੱਚ ਕਈ ਚੀਜ਼ਾਂ ਦੀ ਕਮੀ ਹੁੰਦੀ ਹੈ। ਤੇ ਪਹਿਲੀ ਗੱਲ ਤਾਂ ਹੈਗੀ ਕਿ ਇਸਲਾਮ ਜਿਹੜਾ ਨਾ ਉਹ ਦੀਨ ਹੈ, ਤੇ ਸਾਡੇ ਤੱਕ ਜਦੋਂ ਦੀਨ ਪਹੁੰਚਿਆ ਤਾਂ ਅਸੀਂ ਹੋ ਗਏ ਖੁਸ਼ਕਿਸਮਤ। ਖੁਸ਼ਕਿਸਮਤ ਕਿਸ ਤਰ੍ਹਾਂ ਹੋ ਗਏ? ਇੱਕ ਤੇ ਆਪਣੇ ਪਿਆਰੇ ਨਬੀ ਦੀ ਉਮਤ ਚ ਹੋ ਗਏ, ਦੂਸਰਾ ਸਾਨੂੰ ਅੱਲਾਹ ਪਾਕ ਨੇ ਦੀਨ ਦੇ ਵਿੱਚ ਲੈ ਲਿਆ, ਦੀਨ ਦੀ ਪਨਾਹ ਦੇ ਵਿੱਚ ਲੈ ਲਿਆ। ਲੇਕਿਨ ਅਸੀਂ ਬਹੁਤ ਜ਼ਿਆਦਤੀ ਕੀਤੀ। ਅਸੀਂ ਜ਼ਿਆਦਤੀ ਕੀ ਕੀਤੀ? ਕਿਸੇ ਅੱਲਾ ਨੂੰ ਮੰਨ ਲਿਆ ਔਰ ਦੀਨ ਨੂੰ ਵੀ ਮੰਨ ਲਿਆ, ਅੱਲਾ ਨੂੰ ਵੀ ਮੰਨ ਲਿਆ, ਤੇ ਉਸ ਦੀਨ ਦੇ ਨਾਮ ਜਿਹੜਾ ਕਲਮਾ ਹੈ ਉਹਦੇ ਨਾਮ ਤੇ ਅਸੀਂ ਮੁਲਕ ਵੀ ਲੈ ਲਿਆ ਜਜ਼ਬਾਤੀ ਹੋ ਕੇ। ਬੜੀ ਗੱਲ ਹੈ, ਪਾਕਿਸਤਾਨ ਜਿਹਨੂੰ ਕਹਿੰਦੇ ਨੇ। ਦੀਨ ਵੀ ਲੈ ਲਿਆ, ਅੱਲਾ ਨੂੰ ਵੀ ਮੰਨ ਲਿਆ, ਪਰ ਅੱਲਾ ਦੀ ਕੋਈ ਵੀ ਨਹੀਂ ਮੰਨੀ। ਅਸੀਂ ਸ਼ਾਦੀ ਵਿਆਹ ਦੇ ਰਸਮ ਰਿਵਾਜ ਮੁਲਕ ਬਣ ਗਿਆ, ਲੇਕਿਨ ਅਸੀਂ ਹਾਲੇ ਵੀ ਹਿੰਦੂ ਹੈਗੇ ਆ। ਉਧਰੋਂ ਰਸਮ ਰਿਵਾਜ ਲਵੋ ਤਾਂ ਹਿੰਦੂ ਹੀ ਆ। ਹਿੰਦੂਆਂ ਦੇ ਰਸਮ ਰਿਵਾਜ, ਹਿੰਦੂਆਨਾ ਜਿਹੜੇ ਸਾਰੇ ਜਿੰਨੇ ਤੌਰ ਤਰੀਕੇ, ਉਹ ਸਭ ਕੋਲ ਉਹਦੇ ਸਭ ਤੋਂ ਵੱਡੀ ਲਾਹਨਤ ਹੈਗੀ ਹੈ। ਲਾਹਨਤ ਵਾਲਾ ਕੰਮ ਜਿਹੜਾ ਹੈ ਉਹ ਜਿਹੜਾ ਕਰੇ, ਭਾਵੇਂ ਇਧਰੋਂ ਕਰੇ ਤੇ ਭਾਵੇਂ ਇਧਰੋਂ ਕਰੇ, ਦੋਨੋਂ ਲਾਹਨਤੀ ਹੋ ਗਏ। ਅਸੀਂ ਲਾਹਨਤੀ ਦੇ ਲਾਹਨਤੀ ਰਹਿ ਗਏ। ਕਿਸ ਤਰ੍ਹਾਂ? ਗੁੱਸਾ ਨਾ ਕਰਨਾ ਮੇਰੀ ਗੱਲ ਦਾ। ਜਹੇਜ਼ ਸਾਰੇ ਬੱਚੇ ਨੂੰ ਪਤਾ ਹੈ ਇੱਕ ਵੱਡੀ ਲਾਹਨਤ ਹੈ। ਉਹ ਇਧਰਲੇ ਪਾਸੇ ਜਹੇਜ਼ ਵੀ ਅਗਰ ਲਾਹਨਤ ਹੈ, ਉਧਰੋਂ ਵਰੀਆਂ ਤੇ ਉਧਰੋਂ ਜਹੇਜ਼, ਸਭ ਕੁਝ ਲੈਣੇ ਦੇਣੇ ਲਾਹਨਤ ਆ ਗਈਆਂ ਨੇ। ਤੇ ਅਸੀਂ ਜਿਹੜਾ ਸਾਡਾ ਦੀਨ ਕਹਿੰਦਾ ਹੈ ਕਿ ਇਸ ਤਰ੍ਹਾਂ ਤੁਸੀਂ ਨਿਕਾਹ ਕਰੋ, ਇਸ ਤਰ੍ਹਾਂ ਤੁਸੀਂ ਰਸਮਾਂ ਕਰੋ, ਅੱਲਾ ਦੇ ਨਬੀ ਨੇ ਸਾਨੂੰ ਕਰਕੇ ਵਹਾਈਆਂ ਸੁਨਤਾਂ ਸਾਡੇ ਸਾਹਮਣੇ ਪਈਆਂ, ਕਿਸ ਤਰ੍ਹਾਂ ਨਿਕਾਹ ਕਰਨਾ ਹੈ, ਉਹ ਸਾਰਾ ਕੁਛ ਅਸੀਂ ਨਹੀਂ ਮੰਨਿਆ ਨਾ। ਨਬੀ ਨੂੰ ਵੀ ਮੰਨ ਲਿਆ, ਉਹਦੇ ਸੁਨਤਾਂ ਨਹੀਂ ਮੰਨੀਆਂ। ਅੱਲਾ ਨੂੰ ਮੰਨ ਲਿਆ, ਅੱਲਾ ਦੇ ਅਹਿਕਾਮਾਤ ਨੇ ਮੰਨੇ। ਫਿਰ ਮੁਸੀਬਤਾਂ ਪੈਂਦੀਆਂ ਨੇ, ਕਹਿੰਦੇ ਨੇ ਯਾ ਅੱਲਾ ਤੇਰੇ ਬੰਦੇ ਆ, ਤੇਰੇ ਮੁਸਲਮਾਨ ਨੇ ਆਪਣੇ ਮੁਸਲਮਾਨ ਦੇ ਰਹਿਮ ਕਰ। ਅੱਲਾ ਵੀ ਕਹਿੰਦਾ ਅੱਛਾ ਮੁਸਲਮਾਨ ਜਦੋਂ ਹੋਵੋਗੇ ਰਹਿਮ ਕਰ ਦਿਆਂਗੇ। ਗੱਲਾਂ ਹੀ ਨੇ ਸਿੱਧੀਆਂ, ਗੁੱਸਾ ਨਹੀਂ ਕਰਨਾ। ਬਸ ਬੈਠੇ ਬੈਠੇ ਮੈਂ ਖਿਆਲ ਆਇਆ, ਕੱਲ ਸਾਡੇ ਇੱਕ ਪਬਲਿਕ ਬੋਡੀ ਅਸੀਂ ਬਣਾਈਏ, ਜਿਹਨੂੰ ਵਟਸਐਪ ਗਰੁੱਪ ਕਹਿੰਦੇ ਤੁਸੀਂ। ਅਸੀਂ ਵਟਸਐਪ ਗਰੁੱਪ ਤੋਂ ਥੋੜਾ ਅੱਗੇ ਚਲੇ ਗਏ, ਜਿਹਨੂੰ ਪਬਲਿਕ ਬੋਡੀ ਬਣਾਤਾ ਹੈ। ਪਬਲਿਕ ਬੋਡੀ ਦੇ ਅਸੀਂ ਡਿਬੇਟ ਕਰਨਾ ਹੈ। ਡਿਬੇਟ ਦੇ ਵਿੱਚ ਬੜਾ ਮਜ਼ਾ ਆਇਆ, ਬਹੁਤ ਸਾਰੇ ਲੋਕਾਂ ਨੇ ਆਪਣੇ ਖਿਆਲਾਂ ਦਾ ਇਜ਼ਹਾਰ ਕੀਤਾ। ਉਹ ਮੈਂ ਕੁਛ ਵਾਇਸਾਂ ਤੁਹਾਨੂੰ, ਵੀਡੀਓ ਨਹੀਂ ਲੰਬੀ, ਮੈਂ ਤੁਹਾਨੂੰ ਪਾਰਟ 2 ਬਣਾਵਾਂਗਾ, ਉਹਦੇ 'ਚ ਕੋਈ ਵਾਇਸਾਂ ਵੀ ਸੁਣਾਵਾਂਗਾ, ਉਹ ਵੀ ਤੁਸੀਂ ਸੁਣ ਲੈਣਾ। ਮਸਲੇ ਮਸਾਇਲ ਕੁਛ ਐਸੇ ਹੈਗੇ ਨੇ ਸਾਡੇ। ਇੱਕ ਤੇ ਅਸੀਂ ਲੈਣ ਦੇਣ ਜਹੇਜ਼, ਉਹ ਕਈ ਦਫਾ ਐਸਾ ਹੁੰਦਾ ਹੈ ਕਿ ਸਾਡੇ ਕੋਲੋਂ ਅਸੀਂ ਕਿਸੇ ਨੂੰ ਰਿਸ਼ਤਾ ਦੇ ਰਹੇ ਹੁੰਦੇ ਹਾਂ, ਸਾਡੇ ਕੋਲ ਜਦੋਂ ਮੰਗਦੇ ਨੇ, ਅਸੀਂ ਉਹ ਮੰਗਿਆ ਕਿਸੇ ਹੋਰ ਨੇ ਆ, ਬਦਲਾ ਕਿਸੇ ਹੋਰ ਕੋਲ ਲਾ ਰਹੇ, ਜਿਨ੍ਹਾਂ ਦੇ ਅਸੀਂ ਲੈ ਕੇ ਆ ਰਹੇ ਹੁੰਦੇ ਹਾਂ, ਉਹਨਾਂ ਕੋਲ ਬਦਲਾ ਲਾ ਲੈਂਦੇ ਹਾਂ ਵੀ ਸਾਡੇ ਕੋਲੋਂ ਨਹੀਂ ਸੀ ਮੰਗਿਆ, ਉਹਨਾਂ ਕੋਲ। ਬਈ ਤੁਹਾਨੂੰ ਇੰਨੀ ਅਕਲ ਦਾ ਘੱਟ ਹੈ ਕਿ ਤੁਹਾਡੇ ਨਾਲ ਅਗਰ ਜਾਤੀ ਬੰਦੇ ਨੇ ਕਰਤੀ ਹੈ, ਤੁਹਾਡੇ ਨਾਲ ਜਾਤੀ ਕੀਤੀ, ਇੱਧਰਲੇ ਪਾਸੇ ਕਿਸੇ ਨੇ, ਤੁਸੀਂ ਜਾ ਕੇ ਉੱਧਰਲੇ ਪਾਸੇ ਕਰਤੀ ਜਾਤੀ। ਤੁਸੀਂ ਜਦੋਂ ਤੁਹਾਡੇ ਨਾਲ ਹੋਈ ਸੀ, ਕਿੱਡਾ ਪਿੱਟੇ ਸੀ, ਕਿੱਡੀਆਂ ਬਦਦੁਆਵਾਂ ਦਿੱਤੀਆਂ ਸੀ, ਕੀ ਕੁਛ ਕੀਤਾ ਸੀ। ਤੇ ਤੁਸੀਂ ਆਪਣਾ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਆਪ ਨੂੰ ਵੇਖ ਲਵੋਗੇ, ਯਾਰ ਜਦੋਂ ਤੁਸੀਂ ਕਰੋਗੇ ਤੁਹਾਨੂੰ ਵੀ ਲੋਕੀ ਉਹੀ ਕਹਿਣਗੇ। ਨਹੀਂ, ਇਹ ਨਹੀਂ ਸੋਚਣਾ। ਕਿਉਂ ਆ ਰਿਹਾ ਨਾ, ਕੁਛ ਆ ਰਿਹਾ ਹੋਵੇ ਫਿਰ ਕੁਛ ਨਹੀਂ ਸੋਚਣਾ, ਫਿਰ ਸਾਰੀਆਂ ਸੋਚਾਂ ਖਤਮ। ਤੇਲ, ਮਹਿੰਦੀਆਂ, ਨਾਚ ਗਾਨੇ, ਫਲਾਣਾ ਟਪਕਾਨਾ ਸਾਰਾ ਕਰ ਕਰਾ ਕੇ ਜਦੋਂ ਆਉਂਦਾ ਨਿਕਾਹ ਦਾ ਟਾਈਮ, ਹਾਂ ਇੱਕ ਗੱਲ ਮੈਂ ਤੁਹਾਡੇ ਨਾਲ ਗੱਲ ਲਾਜ਼ਮੀ ਕਰਾਂਗਾ, ਅਸੀਂ ਸ਼ਰੀਅਤ ਨੂੰ ਨਹੀਂ ਭੁੱਲੇ। ਅਸੀਂ ਬਹੁਤ ਸ਼ਰਈ ਬੰਦੇ ਹੈਗੇ ਹਾਂ, ਸ਼ਰੀਅਤ ਨੂੰ ਨਹੀਂ ਭੁੱਲੇ। ਕਿਸ ਤਰ੍ਹਾਂ ਕਿ ਤੁਸੀਂ ਕਿਸੇ ਬੱਚੇ ਦੀ ਸ਼ਾਦੀ ਕਰੋ, ਸਾਰੀਆਂ ਰਸਮਾਂ ਕਰੋ, ਸਾਰਾ ਕੁਝ ਕਰੋ, ਫਿਰ ਜਦੋਂ ਹੋ ਜਾਵੇ, ਉਹ ਆਪਣੇ ਘਰ ਵਾਲੇ ਹੋ ਜਾਣ, ਤਾਂ ਉਸ ਬੈਠ ਕੇ ਸੋਚੋ ਕਹਿੰਦੇ ਸ਼ਰੀਅਤ ਕਿੱਥੇ ਸੀ। ਹਾਂ ਸ਼ਰੀਅਤ ਲੱਭੇਗੀ, ਮੈਂ ਦੱਸਣਾ ਕਿੱਥੇ ਲੱਭੇਗੀ। ਸ਼ਰੀਅਤ ਤੁਹਾਨੂੰ ਲੱਭੇਗੀ ਜਿਸ ਟਾਈਮ ਨਿਕਾਹ ਹੋਏਗਾ ਤੇ ਹੱਕ ਮਹਿਰ ਲਿਖਣ ਦਾ ਟਾਈਮ ਹੋਏਗਾ, ਉਦੋਂ ਇੱਕ ਆਵਾਜ਼ ਆਏਗੀ ਸ਼ਰਈ ਹੱਕ ਮਹਿਰ ਲਿਖ ਦਿਓ, ਉੱਥੇ ਸ਼ਰੀਅਤ ਆਏਗੀ। ਬਸ ਉਸ ਤੋਂ ਇਲਾਵਾ ਸ਼ਰੀਅਤ ਕਿਤੇ ਲੱਭੇਗੀ ਤਾਂ ਮੈਨੂੰ ਫੜ ਲਓ। ਸ਼ਰੀਅਤ ਨਾਮ ਦੀ ਕੋਈ ਚੀਜ਼ ਨਹੀਂ ਲੱਭਣੀ, ਬਸ ਉੱਥੇ ਆਏਗੀ ਸ਼ਰਈ ਹੱਕ ਮਹਿਰ ਲਿਖ ਦਿਓ।
ਉੱਥੇ ਦੁੱਲੇ ਦਾ ਵਕੀਲ, ਦੁਲਹਨ ਦਾ ਵਕੀਲ, ਉਧਰ ਦੇ ਗਵਾਹ, ਉਧਰ ਦੇ ਗਵਾਹ, ਉਹ ਸਾਰੇ ਜਿੰਨੇ ਗਵਾਹ, ਉਹ ਸਾਰੇ ਸਭ ਤੋਂ ਪਹਿਲੇ ਉਸ ਤਲਾਕ ਦਾ ਮੂਜਬ ਬਣਦੇ ਨੇ। ਕਿਸ ਤਰ੍ਹਾਂ? ਕਹਿੰਦੇ ਨੇ ਇਸਲਾਮ ਦੀ ਆਜ਼ਾਦੀ ਨਹੀਂ, ਜਿੰਨੀ ਆਜ਼ਾਦੀ ਇਸਲਾਮ ਦੇ ਵਿੱਚ ਹੈ ਉਹਨੇ ਕਿਤੇ ਵੀ ਨਹੀਂ, ਕਿਉਂਕਿ ਮੁਕੰਮਲ ਜ਼ਾਬਤਾ ਯਾਦ ਹੈ, ਉਹਦੇ ਹਰ ਚੀਜ਼ ਦਾ ਤਰੀਕਾ ਦੱਸਿਆ ਹੈ। ਜਦੋਂ ਸਾਡੇ ਜਿਹੜੇ ਉਹ ਵਿੱਚ ਮੁਨਸਫ ਬਣਦੇ ਨੇ, ਦੁਲਹਨ ਦੁੱਲੇ ਦਾ ਵਕੀਲ ਬਣਦਾ ਹੈ, ਉਹਦੇ ਗਵਾਹਾਨ ਬਣਦੇ ਨੇ, ਉਹ ਜਦੋਂ ਲੜਕੀ ਕੋਲੋਂ ਪੁੱਛਣ ਜਾਂਦੇ ਨੇ, ਲੜਕੇ ਨੂੰ ਤਾਂ ਚਲੋ ਪੁੱਛ ਲਿਆ, ਉੱਥੇ ਵੀ ਤਾਂ ਗੜਬੜ ਹੈਗੀ, ਉਹ ਵੀ ਦੱਸਣਾ। ਲੜਕੀ ਨੂੰ ਪੁੱਛਣ ਜਾਂਦੇ ਨੇ ਕਿ ਹਾਂਜੀ ਤੈਨੂੰ ਕਬੂਲ ਹੈ। ਅੱਛਾ, ਵਿੱਚ ਕਈ ਐਸੇ ਨੇ, ਐਸੇ ਆਪਣੇ ਕੋਲੋਂ ਬਣਾਇਆ, ਮਤਲਬ ਕਿ ਅੱਲਾਹ ਪਾਕ ਦਾ ਜਿਹੜਾ ਦੀਨ ਹੈ ਉਹਦੇ ਵਿੱਚ ਵੀ ਗੜਬੜ ਕੀਤੀ। ਅਸੀਂ ਆਪ ਟੋਪੀਆਂ ਪਾ ਕੇ, ਦਾੜੀਆਂ ਡੀਆਂ ਰੱਖ ਕੇ, ਸਾਫੇ ਮੋਢਿਆਂ ਤੇ ਪਾ ਕੇ, ਉਹਦੇ ਵਿੱਚ ਦੇਖੋ ਕੈਸੇ ਕੈਸੇ ਫਾਰਮੂਲੇ ਕਹਿੰਦੇ, ਕੁੜੀ ਨਾ ਵੀ ਬੋਲੇ ਤੇ ਕਬੂਲ ਹੈ। ਉਹ ਲਾਂਤੀਓ, ਉਹ ਕੁੜੀ ਨਾ ਬੋਲੇ ਕਿਸ ਤਰ੍ਹਾਂ ਕਬੂਲ ਹੈ ਮੈਨੂੰ ਦੱਸੋ? ਉਹ ਤੁਹਾਡੀ ਧੀ ਜਦੋਂ ਤੁਸੀਂ ਟੋਰੀ, ਉਦੋਂ ਤੁਸੀਂ ਉਹਨੂੰ ਪੁੱਛਿਆ, ਬੋਲੀ ਨਹੀਂ, ਤੇ ਤੁਸੀਂ ਕਿਸ ਤਰ੍ਹਾਂ ਕਹਤਾ ਕਬੂਲ ਹੈ? ਉਹ ਜਦੋਂ ਤੱਕ ਉਹਨੂੰ ਆਜ਼ਾਦੀ ਗਈ ਹੈ, ਰੱਬ ਨੇ ਉਹਨੂੰ ਆਜ਼ਾਦੀ ਦਿੱਤੀ, ਉਹ ਸਾਡੇ ਦੀਨ ਨੇ ਆਜ਼ਾਦੀ ਦਿੱਤੀ, ਉਹਨੂੰ ਪੁੱਛੋ। ਔਰ ਵਕੀਲ ਨੇ ਪੁੱਛਣਾ, ਗਵਾਹਾਂ ਨੇ ਸੁਣਨਾ, ਤੇ ਫਿਰ ਆ ਕੇ ਗਵਾਹੀ ਦੇਣੀ ਹੈ। ਤੁਸੀਂ ਤੇ ਉਹ ਨਿਕਾਹ ਹੀ ਗਲਤ ਕਰਾਤਾ। ਜਦੋਂ ਨਿਕਾਹ ਗਲਤ ਹੋਏ ਫਿਰ ਤਲਾਕਾਂ ਹੋਣੀਆਂ ਨੇ, ਫਿਰ ਤਲਾਕਾਂ ਹੋਣੀਆਂ, ਫਿਰ ਉਹੀ ਜਿਹੜੇ ਉਹ ਬਣ ਕੇ ਬੈਠੇ ਹੁੰਦੇ ਨਾ ਬੜੇ ਮੌਜ਼ਜ਼, ਉਹਦਾ ਮੌਲਵੀ ਉਹਨੂੰ ਸਿਰ ਆਪਣੇ 5-6 ਹਜ਼ਾਰ ਦੀ ਪਈ ਹੁੰਦੀ ਹੈ, ਉਹਦੇ ਮੌਜ਼ਜ਼ ਬਣ ਕੇ, ਦੁਲਹਨ ਦਾ ਵਕੀਲ ਬਣ ਕੇ, ਤੇ ਉਹ ਸਾਰਾ ਕਰ ਰਹੇ ਹੁੰਦੇ ਨਾ। ਉਹੀ ਕਸਮੇ ਐਡੀ ਐਡੀ ਦਾੜੀਆਂ ਰੱਖ ਕੇ, ਫਲਾਨਾ ਹਾਜੀ ਤੇ ਫਲਾਨਾ ਹਾਜੀ ਅੱਜ ਤੇ ਉਮਰਾ ਖੜਕਾਈ ਆ ਰਹੇ ਨੇ, ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ। ਤੁਸੀਂ ਅੱਜ ਕੀਤਾ, ਉਮਰਾ ਕੀਤਾ, ਲੋਕਾਂ ਨੂੰ ਵਿਖਾ ਲਿਆ, ਪੈਸੇ ਪੂਰੇ ਖਤਮ, ਫਾਰਗ ਹੋ ਗਏ। ਹੁਣ ਤੁਸੀਂ ਦੇਖੋ ਕਿ ਜਿਹੜੀ ਤਲਾਕਾਂ ਹੁੰਦੀਆਂ ਨੇ, ਫਿਰ ਉੱਥੇ ਪੰਚਾਇਤਾਂ ਦੇ ਵਿੱਚ ਉਹੀ ਬੈਠਦੇ ਜੇ ਅੱਗੇ ਲੱਗ ਕੇ, ਜਿਨ੍ਹਾਂ ਦੇ ਵਜ੍ਹਾ ਤੋਂ ਤਲਾਕਾਂ ਹੋ ਰਹੀਆਂ ਨਾ, ਉਹੀ ਅੱਗੇ ਲੱਗ ਕੇ ਬੈਠਦੇ ਨੇ। ਹੱਕ ਮਹਿਰ ਦੇ ਉੱਤੇ ਗੱਲ ਕਲੀਅਰ ਨਹੀਂ ਕਰਦੇ। ਹੱਕ ਮਹਿਰ ਮੌਜਲ ਹੁੰਦਾ ਕਿ ਪਹਿਲੇ ਤੁਸੀਂ ਪੇ ਕਰਨਾ, ਅਦਾ ਕਰਨਾ। ਉਹ ਤਲਾਕ ਹੁੰਦੀ, ਉੱਥੇ ਹੱਕ ਮਹਿਰ ਦੇ ਵੱਡੇ ਪੈ ਜਾਂਦੇ ਨੇ। ਵੀ ਉਹਨੂੰ ਮੁੰਡੇ ਨੂੰ ਪੁੱਛੋ ਕਿ ਬਗੈਰਤ ਇਨਸਾਨ, ਤੂੰ ਬੁੱਢੀ ਆਪਣੇ ਨਾਲ ਹੱਕ ਮਹਿਰ ਤੋਂ ਬਗੈਰ ਹੀ ਰਹਿੰਦਾ ਰਹੇ, ਪੰਚਾਇਤ ਬਾਅਦ 'ਚ ਬਿਠਾਓ। ਉਹ ਬੱਚਿਆਂ ਨੂੰ ਆਪਣਿਆਂ ਨੂੰ ਤੁਸੀਂ ਤਰਬੀਅਤ ਨਹੀਂ ਕਰ ਸਕੇ, ਕੁਛ ਨਹੀਂ ਕਰ ਸਕੇ। ਬਿਹਤਰੀਨ ਟਾਈਮ ਹੈਗਾ ਜਦੋਂ ਨਿਕਾਹ ਹੁੰਦਾ, ਉਦੋਂ ਉਹਨੂੰ ਕਹੋ ਪੁੱਤਰ 6 ਕਲਮੇ ਯਾਦ ਕਰ, ਤੈਨੂੰ ਕਹਿੰਦੇ ਸਾਰੀ ਜ਼ਿੰਦਗੀ ਨਹੀਂ ਕੀਤੇ। ਉਹ ਮੌਲਵੀ ਸਾਹਿਬ ਆਉਂਦੇ ਨੇ, ਆਪਣਾ ਉਹਨਾਂ ਨੇ ਉਹ ਪਾਪਾ ਕਿੰਨਾ ਹੁੰਦਾ, ਉਹ ਫਟਾਫਟ ਪੜ੍ਹਾ ਕੇ ਬਿਸਮਿल्लाह रहमान रहीम ਕਲਮੇ ਕੁਲਮੇ ਪੜ੍ਹਾ ਕੇ ਪੁੱਛ ਕੇ ਕਬੂਲ ਹੈ ਕਬੂਲ ਹੈ। ਉਹਨੇ ਤਾਂ ਕਬੂਲ ਹੀ ਕਰਨਾ, ਉਹ ਹਾਰ ਪਾ ਕੇ ਇੰਨਾ ਕੁਛ ਖਰਚਾ ਕਰਕੇ ਕੱਤ ਹੋਇਆ, ਕਬੂਲ ਕਰਨ ਹੀ ਆਇਆ। ਵੀ ਉਹਨੂੰ ਤੁਸੀਂ ਪੁੱਛਦੇ ਗਵਾਹਾਂ 'ਚ ਬੈਠ ਕੇ, ਉਹ ਤੇ ਬੜਾ ਕਾਹਲਾ ਸੀ, ਉਹ ਤਾਂ ਸਾਰੇ ਯਾਰਾਂ ਦੋਸਤਾਂ ਨੂੰ ਲੈ ਕੇ ਇਕੱਠਾ ਭੰਗੜੇ ਭੂੰਗੜੇ ਪਾਦਾ, ਰਾਤ 2-3 ਦਿਨ ਹੋ ਗਏ ਉਹਨਾਂ ਨੂੰ ਨੱਚਦਾ ਗਾਉਂਦਾ, ਉਹ ਆਇਆ ਤਾਂ ਕਬੂਲ ਕਰਨ ਹੀ ਆਇਆ। ਉਹਨੇ ਗੁਨਾਹ ਥੋੜੀ ਕਰਨੀ। ਉਹ ਕਬੂਲ ਦਾ ਤਾਂ ਪੁੱਛਣਾ ਸੀ ਉਸ ਕੁੜੀ ਨੂੰ। ਮੁੰਡੇ ਨੂੰ ਜਿਹੜਾ ਕਬੂਲ ਹੈ, ਹਾਂਜੀ ਬੇਟਾ ਤੇਰਾ ਉੱਚੀ ਬੋਲੋ, ਉਹ ਫਿਰ ਕਹਿੰਦਾ ਹਾਂਜੀ ਕਬੂਲ ਹੈ ਜੀ। ਉਹ ਫਲਾਨੀ ਤੈਨੂੰ ਕਬੂਲ ਹੈ, ਹਾਂਜੀ ਕਬੂਲ। ਕਈ ਇੱਥੋਂ ਤੱਕ ਪਹੁੰਚ ਗਏ ਨੇ, ਉਹ ਕਹਿੰਦੇ ਨੇ ਜੀ ਬੰਦੇ ਨੂੰ, ਮੁੰਡੇ ਨੂੰ ਪੁੱਛਣਾ, ਔਰਤ ਨੂੰ ਪੁੱਛਣ ਦੀ ਕੋਈ ਲੋੜ ਨਹੀਂ। ਬੰਦਾ ਚਪੇੜਾ ਕਰਾਵੇ ਉਹਨਾਂ ਨੂੰ, ਫੜ ਕੇ ਉਹਨਾਂ ਨੂੰ ਪੁੱਛੇ ਕਿ ਵੀ ਤੁਸੀਂ ਕਿੱਥੇ ਪੜ੍ਹਿਆ, ਦੱਸੋ, ਲਿਆਓ ਕੁਰਾਨ ਹਦੀਸ ਦੀ ਰੋਸ਼ਨੀ, ਸਮਝਾਓ ਸਾਨੂੰ। ਉਹ ਤੁਸੀਂ ਕਿਸੇ ਵੀ ਫਿਰਕੇ ਨਾਲ ਤਲਕ ਰੱਖਦੇ ਜੇ, ਉਹ ਸਾਰੇ ਫਿਰਕੇ ਕੁਰਾਨ ਤੇ ਮੰਨਦੇ ਨੇ ਨਾ, ਉਹ ਸਾਰੇ ਫਿਰਕੇ ਨਬੀ ਨੂੰ ਤਾਂ ਮੰਨਦੇ ਨੇ ਨਾ, ਜਿੰਨੇ ਵੀ ਫਿਰਕੇ ਨੇ। ਉਹ 72-73 ਜਿੰਨੇ ਫਿਰਕੇ ਲਾ ਲਵੋ, ਜੋ ਮਰਜ਼ੀ ਕਰੋ, ਆਪਣੇ ਰਸਮ ਰਿਵਾਜ ਬਣਾਓ, ਉਹ ਅੱਲਾਹ ਦੇ ਕੁਰਾਨ ਨੂੰ ਤੇ ਅੱਲਾਹ ਦੇ ਨਬੀ ਨੂੰ ਤਾਂ ਮੰਨਦੇ ਹੋ। ਤੇ ਜਿਹੜਾ ਨਬੀ ਜਿਹੜੀ ਗੱਲ ਕਰਦੇ ਨੇ, ਸੁਨਨਤ ਹੈਗੀ ਹੈ। ਤੁਸੀਂ ਇਸਲਾਮ, ਐਸੀ ਕੱਲ ਡਿਬੇਟ ਕਰਦੇ ਰਹੇ, ਉਹੀ ਗੱਲਾਂ ਤੁਹਾਡੇ ਨਾਲ ਮੈਂ ਕਰ ਰਿਹਾ। ਅਜੀ ਇਸਲਾਮ ਸਾਡਾ ਦੀਨ ਹੈ। ਉਹ ਜਦੋਂ ਕਬਰ ਹੀ ਜਾਵਾਂਗੇ, ਉੱਥੇ ਪੁੱਛਿਆ ਜਾਏਗਾ ਮਨ ਦੀਨੋਂ ਕਾ, ਮਨ ਰੱਬੋਂ ਕਾ, ਤੇਰਾ ਦੀਨ ਕੀ ਹੈ, ਤੇਰਾ ਰੱਬ ਕੌਣ ਹੈ। ਉੱਥੇ ਜਨਾਬ ਇਹ ਤੇ ਦੱਸ ਦਿੰਦੇ ਕਿ ਪੁੱਛਿਆ ਜਾਏਗਾ, ਇਹ ਨਹੀਂ ਦੱਸਦੇ ਕਿ ਜਵਾਬ ਦੇ, ਅਗਲੇ ਜਵਾਬ ਦੇ ਕੀ ਆਏਗਾ। ਤੁਸੀਂ ਜੋ ਕਹੋਗੇ ਹਾਂਜੀ ਮੇਰਾ ਅੱਲਾ ਮੇਰਾ ਰੱਬ ਹੈ ਜੀ, ਹੁਣ ਕਹਿੰਦਾ ਅੱਲਾ ਨੂੰ ਤਾਂ ਮੰਨਦਾ, ਅੱਲਾ ਦੀ ਤੂੰ ਕਦੇ ਨਹੀਂ ਮੰਨੀ। ਉਹ ਜਦੋਂ ਤੁਸੀਂ ਕਹਿਣਾ ਕਿ ਮੇਰਾ ਉਹ ਜਿਹੜਾ ਸਾਡਾ ਉਹ ਦੀਨ ਹੈਗਾ, ਉਹ ਇਸਲਾਮ ਹੈਗਾ, ਉਹਨਾਂ ਕਹਿਣਾ ਕਿਹੜੇ ਪਾਸੋਂ ਇਸਲਾਮ ਹੈ ਤੇਰਾ, ਕਿਹੜਾ ਇਸਲਾਮ ਹੈ ਤੇਰਾ, ਭਾਬੀਆਂ ਵਾਲਾ, ਸੁੰਨੀਆਂ ਵਾਲਾ, ਬਰੇਲਵੀਆਂ ਵਾਲਾ, ਸ਼ੀਆਂ ਵਾਲਾ, ਉਹ ਫਲਾਣਾ ਟਪਾਣਾ, ਕਿਹੜਾ ਇਸਲਾਮ ਹੈ ਤੁਹਾਡਾ? ਇਹ ਨਹੀਂ ਤੁਸੀਂ ਦੱਸਦੇ ਉੱਥੇ। ਬਸ ਉਹ ਮਨ ਰੱਬੋਂ ਕਾ, ਮਨ ਦੀਨੋਂ ਕਾ ਸਵਾਲ ਹੋਣਗੇ। ਉਹ ਸਵਾਲ ਤੇ ਹੋਣਗੇ, ਜਵਾਬ ਹੋਣਗੇ, ਜਵਾਬ ਦੇ ਬਦਲੇ ਜਵਾਬ ਕੀ ਆਏਗਾ?
ਗੱਲਾਂ ਹੀ ਨੇ ਸਿੱਧੀਆਂ ਸਿੱਧੀਆਂ ਸੌਖੀਆਂ ਗੱਲਾਂ ਨੇ। ਅਸੀਂ ਮੁਸ਼ਕਿਲਾਂ ਵਿੱਚ ਉਲਝਾ ਕੇ ਮੌਲਵੀਆਂ ਵਿੱਚ ਪਾ ਕੇ ਆਪ ਤੁਸੀਂ ਤਰਜਮੇ ਨਾਲ ਕੁਰਾਨ ਪਾਕ ਨਹੀਂ ਪੜ੍ਹਨਾ, ਮੌਲਵੀਆਂ ਵਿੱਚ ਪਾਉਣਾ ਹੈ। ਫਿਰ ਉਸ ਤੋਂ ਬਾਅਦ ਮੌਲਵੀਆਂ ਕਈਆਂ ਨੇ ਵਿੱਚੋਂ ਨਵੇਂ ਮਜ਼ਹਬ ਕੱਢ ਦੇਣੇ ਨੇ, ਮਜ਼ਹਬ ਦੇ ਵਿੱਚੋਂ ਮਜ਼ਹਬ ਕੱਢਦੇ ਨੇ, ਫਿਰਕੇ ਕੱਢਦੇ ਡਿਜ਼ਾਰਮ ਨੇ ਜੋ ਮਜ਼ਹਬ ਕੱਢ ਦਿੰਦੇ ਨੇ ਵੱਖਰਾ ਹੀ। ਉਹ ਕਿਸੇ ਦੀ ਤਕਰੀਰ ਹੋਰ ਨਾ ਸੁਣ ਲਾ, ਪੂਰੇ 4 ਦਿਨ 2 ਹੀ ਕਿਸਮ ਦੇ ਮੌਲਵੀ ਰਹਿ ਗਏ ਨੇ ਇਸ ਟਾਈਮ। ਇੱਕੋ ਜਿਹੜੇ ਬਗੈਰ ਮੰਗਣ ਤੋਂ ਆਪੇ ਫਤਵੇ ਵੱਢੀ ਜਾ ਰਹੇ ਨੇ। ਮੁਫਤੀ, ਉਹ ਮੁਫਤੀ ਥੱਲੇ ਖਲੋਂਦੇ ਹੀ ਨਹੀਂ। ਮੌਲਵੀ ਤਾਂ ਪਹਿਲਾਂ ਬਣ ਲਓ, ਮੁਫਤੀ ਪਹਿਲੇ ਬਣ ਜਾਂਦੇ ਨੇ। ਇੱਕ ਜਨਾਬ ਇਲੈਕਟ੍ਰੋਨਿਕ ਮੌਲਵੀ ਪੈਦਾ ਹੋ ਗਏ ਨੇ, ਡਿਜੀਟਲ ਮੌਲਵੀ। ਉਹ ਬੈਠ ਕੇ ਇੱਕ ਦੂਸਰੇ ਨੂੰ ਚੈਲੰਜ ਕੀਤੇ ਜਾਂਦੇ ਨੇ। ਉਹ ਮੇਰੇ को ਬਹੁਤਾ ਇਲਮ ਹੈ, ਮੇਰੇ ਕੋਲ ਬਹੁਤਾ ਇਲਮ ਹੈ, ਔਰ ਯਕੀਨ ਕਰੋ ਦੋਨੋਂ ਆਪਸ ਵਿੱਚ ਮਿਲੇ ਹੁੰਦੇ ਨੇ। ਉਹ ਚੈਲੰਜ ਉਹਨੂੰ ਜਿਹੜਾ ਕਰ ਰਹੇ ਹੁੰਦੇ ਨੇ ਨਾ ਇੱਕ ਦੂਸਰੇ ਨੂੰ ਮਸ਼ਹੂਰ ਕਰਨ ਵਾਸਤੇ, ਉਹ ਦੋਨੋਂ ਇੱਕੋ ਕੁਛ ਹੁੰਦੇ ਨੇ। ਇਹ ਨੂਰਾ ਕੁਸ਼ਤੀ ਹੁੰਦੀ, ਸਰਟੀਫਾਈਡ ਹੁੰਦੀ ਹੈ। ਤੁਸੀਂ ਜਨਾਬ ਉਹ ਫਲਾਣਾ ਮੁਫਤੀ ਫਲਾਣੇ ਨੂੰ ਪੈ ਗਿਆ, ਉਹ ਫਲਾਣਾ ਫਲਾਣੇ ਨੂੰ ਪੈ ਗਿਆ। ਕਦੀ ਜਨਾਬ ਉਹ ਇੰਨੇ ਸਾਲ ਤੁਸੀਂ ਸੁਣ ਬੈਠਦੇ ਜੇ ਤਾਰਕ ਜਮੀਲ ਨੂੰ। ਮੈਂ ਵੀ ਬੜਾ ਸੁਣਦਾ ਰਿਹਾ, ਮੇਰੀ ਕੋਈ ਗੱਲ ਹੈਗੀ। ਮੈਂ ਵੀ ਬੜੇ ਗੌਰ ਨਾਲ ਉਹਦੀ ਗੱਲਾਂ ਸੁਣੀਆਂ, ਬੜਾ ਕੁਛ ਸੁਣਿਆ। ਉਹ ਪਤਾ ਲੱਗਾ ਇੱਕ ਦਿਨ ਜਨਾਬ ਉਹ ਗੋਹੀਆਂ ਦੇ ਕੇ ਰੋ ਰਿਹਾ ਸੀ ਕਿ ਜੀ ਇਹਨੂੰ ਬੜਾ ਕੀਮਤੀ ਬੰਦਾ ਦੇ ਦਿੱਤਾ। ਪਤਾ ਚੱਲਿਆ ਜੀ ਉਹ ਕਿਉਂ ਅੱਡਾ ਰੋ ਰਿਹਾ ਸੀ ਤੇ ਕਿਉਂ ਸਾਰਾ ਕੁਝ ਹੋ ਰਿਹਾ ਸੀ। ਉਹ ਗੋਗੀਆਂ ਦਾ ਚੱਕਰ ਸੀ। ਫਿਰ ਖੁਸਰੇ ਦਾ ਇਸ ਪਿੱਛੇ ਚੜਿਆ, ਉਹਨੂੰ ਖੁਸਰੇ ਜਾਣਨ ਤੇ ਮੌਲਵੀ ਸੇ ਜਾਣਨ। ਜਦੋਂ ਗੱਲ ਆਉਂਦੀ ਉਹਨਾਂ ਦੇ ਕੋਈ ਆਵਾਜ਼ ਆਉਂਦੀ ਖੁਸਰੇ ਦੇ ਨਾਲ ਹੀ ਨਿਕਲਦੀ ਹੈ। ਉਹਨੂੰ ਪਤਾ ਨਹੀਂ ਮੌਲਵੀ ਸਾਹਿਬ ਨੂੰ ਆਪ ਕੋਈ ਕਸਰ ਹੈਗੀ ਹੈ, ਮੌਲਵੀ ਸਾਹਿਬ ਸ਼ਾਇਦ ਆ ਵੀ ਐਸੇ ਚੱਕਰ ਗੱਲ ਕਰੋ। ਬੰਦੇ ਲੜ ਪੈਂਦੇ ਜੇ, ਬੰਦੇ ਬਿਨਾਂ ਉਹ ਗਾਲਾਂ ਕੱਢਣ ਲੱਗ ਪੈਂਦੇ ਨੇ ਉੱਥੇ। ਇਹ ਨਹੀਂ ਵੇਖਣਾ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਮੌਲਵੀ ਨੇ ਕੀਤੀ ਕਿ ਨਹੀਂ ਕੀਤੀ, ਉਹਦੇ ਤਰਫੋਂ ਪੈ ਜਾਣਾ ਗਾਲਾਂ ਕੱਢਣ ਲੱਗ ਪੈਣਾ। ਬਹਰਲ ਜਹੇਜ਼ ਦੀ ਲਾਨਤ ਹੈ। ਬੀਬੀ ਮਰੀਮ ਸਾਡੀ ਬੜਾ ਕੁਛ ਕਰ ਰਹੀ ਹੈ ਪੰਜਾਬ ਦੇ ਵਿੱਚ। ਮੈਂ ਬੀਬੀ ਮਰੀਮ ਨੂੰ ਸਲੂਟ ਮਾਰਨਾ, ਉਹਦੇ ਦੁਸ਼ਮਣ ਨੂੰ ਸਲੂਟ ਮਾਰ ਰਹੇ ਨੇ ਜਿਹੜਾ ਕੰਮ ਕਰ ਰਹੀ ਹੈ। ਪਰ ਮਰੀਮ ਨਵਾਜ਼ ਸ਼ਰੀਫ ਸਾਹਿਬਾ ਸਾਡੀ ਸਾਰੇ ਦੇ ਹਰ ਦਿਲ ਅਜ਼ੀਜ਼ ਮਿਹਨਤੀ ਔਰਤ, ਤੁਹਾਡੇ ਹੱਥ 'ਚ ਅਗਰ ਅੱਲਾਹ ਪਾਕ ਨੇ ਐਸੀ ਕੋਈ ਤਾਕਤ ਦਿੱਤੀ ਹੈ ਨਾ, ਤੇ ਇਹਨਾਂ ਨੂੰ ਬੱਚੀਆਂ ਨੂੰ ਤੁਸੀਂ ਜੇਜ਼ ਦੇ ਕੇ ਵਿਆਹ ਰਹੀਆਂ ਜੇ, ਬੜੀ ਵੱਡੀ ਨੇਕੀ ਹੈ। ਮੈਂ ਤੁਹਾਨੂੰ ਸਲੂਟ ਇਹਦੇ ਵੀ ਕਰਨਾ। ਯਕੀਨ ਕਰੋ, ਡੰਡਾ ਫੜ ਲਓ, ਉਹਨੂੰ ਕਹੋ ਲੈਂਦੇ ਕਿਸ ਤਰ੍ਹਾਂ ਜੇ, ਦਿੰਦੇ ਕਿਸ ਤਰ੍ਹਾਂ ਜੇ। ਇਸਲਾਮ ਉਹ ਆਪਣਾ ਦੀਨ ਲਿਆਓ, ਆਲਮਾਂ ਨੂੰ ਬੁਲਾਓ, ਉਹਨਾਂ ਨੂੰ ਪੁੱਛੋ ਕਿ ਇਹਦੇ 'ਚ ਲੈਣ ਦੇਣ ਕੀ ਕੁਛ ਜਾਇਜ਼ ਹੈ, ਉਹ ਕਰ ਦਿਓ ਬਸ। ਹੱਕ ਮੈਂ ਜਿਹੜਾ ਉਹ ਅਗਰ ਮੋਜਲ ਹੈ ਤਾਂ ਉਹਨੂੰ ਮੋਜਲ ਕਰਕੇ ਫਿਰ ਕੁੜੀ ਨਹੀਂ ਜਾਣੀ ਜੇ। ਇਹਨਾਂ ਗੱਲਾਂ ਤੇ ਨੂੰ ਇਸਲਾਮ ਤੇ ਲਿਆਓ, ਇਹਨਾਂ ਨੂੰ ਦੱਸੋ ਇਸਲਾਮ ਕੀ ਹੈਗਾ, ਇਹਨਾਂ ਨੂੰ ਦੱਸੋ ਉਹਦਾ ਫਾਇਦਾ ਹੈਗਾ ਜੇ। ਇਸਲਾਮੀ ਤਰੀਕੇ ਨਾਲ ਜਿਹੜੀ ਸ਼ਾਦੀਆਂ ਹੋਣਗੀਆਂ ਉਹਦੇ ਤਲਾਕਾਂ ਨਹੀਂ ਹੋਣਗੀਆਂ। ਇਹ ਤਲਾਕਾਂ ਹੁੰਦੀਆਂ ਨੇ, ਨਿਕਾਹ ਹੋਇਆ ਹੀ ਨਹੀਂ ਹੁੰਦਾ। ਮੈਂ ਤਾਂ ਨਹੀਂ ਕਹਿ ਸਕਦਾ ਇਸ ਗੱਲ ਨੂੰ ਕਿ ਵੀ ਨਹੀਂ ਹੋ ਜਾਂਦਾ, ਲੇਕਿਨ ਗੜਬੜ ਤੁਹਾਨੂੰ ਪਤਾ ਨਜ਼ਰ ਆਉਂਦੀ ਨਾ ਵਿੱਚ। ਕਿਉਂਕਿ ਅਸੀਂ ਜੱਜਮੈਂਟਲ ਨਹੀਂ ਹੋ ਸਕਦੇ, ਜੱਜ ਨਹੀਂ ਬਣ ਸਕਦੇ ਕਿ ਵੀ ਕਿਸੇ ਦੀ ਨਮਾਜ਼ ਹੋਈ ਹੈ ਨਹੀਂ ਹੋਈ, ਨਿਕਾਹ ਹੋਇਆ ਨਹੀਂ ਹੋਇਆ, ਇਹ ਨਹੀਂ ਕਰ ਸਕਦੇ। ਲੇਕਿਨ ਮੈਂ ਤੁਹਾਨੂੰ ਦੱਸਣਾ ਉਹਦੀ ਗੜਬੜ ਹੁੰਦੀ ਹੈ। ਪਰ ਕਿਹੜੀਆਂ ਗੜਬੜਾਂ ਤੁਹਾਨੂੰ ਦੱਸੀਆਂ ਨੇ। ਹੁਣ ਬੀਬੀ ਮਰੀਮ ਨੂੰ ਚਾਹੀਦਾ ਹੈ ਕਿ ਵੀ ਉਹਨੂੰ ਅਗਰ ਅੱਲਾਹ ਨੇ ਤਾਕਤ ਦਿੱਤੀ ਹੈ, ਉਹ ਪਹਿਲੇ ਪੁੱਛੇ ਕਿ ਜੇ ਤੁਸੀਂ ਕਿਸ ਹਿਸਾਬ ਦੇ ਚ ਲੈ ਰਹੇ ਜਾਂ ਮੰਗ ਰਹੇ ਜੇ, ਤੇ ਇਹ ਸ਼ਾਦੀ ਦਾ ਸ਼ਰਈ ਤਰੀਕਾ ਕੀ ਹੈ। ਸ਼ਰਈ ਤਰੀਕੇ ਨਾਲ ਲਿਆਓ ਇੱਧਰ ਕੁੜੀਆਂ ਮੁੰਡੇ ਸਾਡੇ ਕੋਲ। ਹਫ਼ਤੇ 'ਚ ਇੱਕ ਦਿਨ ਰੱਖੋ, ਮਹੀਨੇ 'ਚ ਇੱਕ ਦਿਨ ਰੱਖੋ। ਇਹ ਗਰੀਬਾਂ ਦੀ ਕੁੜੀਆਂ ਫੜੋ, ਮੁੰਡਿਆਂ ਦੇ ਨਿਕਾਹ ਨਕੂਲ ਸਾਰੇ ਸੈੱਟ ਕਰੋ, ਤੇ ਉੱਥੇ ਬੈਠ ਕੇ ਲਹਿਰਾਂ ਉਹਨਾਂ ਨੂੰ ਨਿਕਾਹ ਕਰੋ। ਉਹਨਾਂ ਨੂੰ ਠੀਕ ਹੈ ਤੁਸੀਂ ਕਰਜ਼ਾ ਦੇ ਦਿਓ, ਕਰਜ਼ਾ ਉਸਰਾ ਨਹੀਂ ਦੇਣਾ, ਕਰਜ਼ਾ ਉਹਨਾਂ ਨੂੰ ਦਿਓ, ਆਪਣੀ ਜ਼ਿੰਦਗੀ ਸਟਾਰਟ ਕਰੋ, ਵਾਪਸ ਦੇ ਦਿਓ। ਲੋਕਾਂ ਨੂੰ ਜੋ ਕਰਜ਼ੇ ਦਿੰਦੇ ਫਿਰਦੇ ਜੇ, ਉਹਨਾਂ ਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਕਰਜ਼ਾ ਦਿਓ। ਉਹ ਆਪਣਾ ਕਾਰੋਬਾਰ ਕਰਨ, ਭਾਵੇਂ ਰੇਹੜੀ ਲਾਉਣ, ਜੋ ਮਰਜ਼ੀ ਕਰਨ, ਉਸ ਕਰਜ਼ੇ ਨਾਲ ਚਲਾ ਕੇ ਤੁਹਾਨੂੰ ਕਰਜ਼ਾ ਵਾਪਸ ਦੇਣ। ਮੀਆਂ ਬੀਵੀ ਆਪਸ ਵਿੱਚ ਖੁਸ਼ ਰਹਿਣ, ਸ਼ਰਈ ਤਰੀਕੇ ਨਾਲ ਸਾਰਾ ਕੁਝ ਅਵਸਰ ਤੁਹਾਨੂੰ ਦੁਆਵਾਂ ਦੇਣ, ਤੁਹਾਨੂੰ ਵੀ ਸਵਾਬ ਉਹਨਾਂ ਨੂੰ ਸਵਾਬ। ਲਾਣਾ ਪਏਗਾ ਛਿੱਤਰ ਇੱਕ ਵਾਰੀ, ਜਿਸ ਤਰ੍ਹਾਂ ਤੁਸੀਂ ਉਹ ਸਾਰੇ ਰਸਤੇ ਸਾਫ਼ ਕੀਤੇ, ਕਿੰਨਾ ਸਕੂਨ ਹੋ ਗਿਆ। ਬੜੀ ਦੁਨੀਆ ਪਿੱਟਦੀ ਰਹੀ ਹੈ। ਸਹੀ ਕੰਮ ਤੇ ਪਿੱਟਣ ਜੋ ਮਰਜ਼ੀ, ਸਹੀ ਕੰਮ ਹੈ ਤਾਂ ਕਰੋ। ਪਹਿਲੇ ਕੰਮ ਕਰਨ ਲੱਗੇ ਪਹਿਲੇ ਤੋਲੋ ਫਿਰ ਬੋਲੋ, ਪਹਿਲੇ ਸੋਚੋ, ਸਹੀ ਕਰਨ ਲੱਗੇ ਜੇ ਸਹੀ ਹੈ ਤੁੰਨ ਕੇ ਰੱਖੋ। ਸਾਡੀ ਫੌਜ ਹੈ ਉਹ ਪਹਿਲੇ ਵੇਖਣ, ਹਾਂਜੀ ਦੁਸ਼ਮਣ ਮੁਲਕ ਦੇ ਦੁਸ਼ਮਣ ਨੇ, ਤੁਸੀਂ ਸਹੀ ਹੋ, ਤੁੰਨ ਕੇ ਰੱਖੋ। ਐਵੇਂ ਲਾਲਾ ਪੋਪੀ ਨਾਲ ਕੰਮ ਨਹੀਂ ਜਾਣਾ। ਤੇ ਜੇ ਜਾਂ ਤਾਂ ਮੁਸਲਮਾਨ ਰਵੋ ਤੇ ਮੁਸਲਮਾਨਾਂ ਲਈ ਗੱਲ ਵੀ ਕਰੋ, ਤੇ ਮੁਸਲਮਾਨ ਪੂਰੇ ਬਣ ਕੇ ਵਹਾਓ, ਤੇ ਜਾਂ ਫਿਰ ਖੱਲੀ ਵੱਲੀ। ਦੋਵਾਂ ਯਾਦ ਰੱਖਣਾ ਦੋਸਤੋ। ਗੱਲਾਂ ਬੜੀਆਂ ਲੰਮੀਆਂ ਹੋ ਗਈਆਂ ਨੇ। ਦੂਸਰੀ ਕਿਸ਼ਤ ਦੇ ਮੈਂ ਤੁਹਾਨੂੰ ਉਹ ਵਾਇਸਾਂ ਕੋਈ ਲਾਵਾਂਗਾ ਦੋਸਤਾਂ ਦੀਆਂ, ਜਿਹੜੀ ਸਾਡੀ ਕੱਲ ਪਬਲਿਕ ਜਿਹੜਾ ਸਾਡਾ ਅਸੀਂ ਪਬਲਿਕ ਬੋਡੀ ਬਣਾਈ ਹੈ, ਉਹਦੇ ਜਿਹੜੀ ਗੱਲਾਂ ਬਾਤਾਂ ਹੋਈਆਂ ਨੇ ਉਹ ਵੀ ਤੁਹਾਨੂੰ ਕੁਛ ਸੁਣਾਵਾਂਗਾ। ਤੁਹਾਨੂੰ ਉਹ ਵੀ ਸੁਣਾਓ, ਦੂਸਰੇ ਹਿੱਸੇ ਲਾ ਦਿਆਂਗਾ, ਉਹ ਵੀ ਸੁਣਨਾ। ਜੇ ਮੇਰੇ ਨਾਲ ਮੁਤਫਿਕ ਹੈਗੇ ਜਾਂ ਮੈਨੂੰ ਥੱਲੇ ਲਿਖ ਕੇ ਦੱਸਣਾ ਜੇ,
ਜੇ ਨਹੀਂ ਮੁਤਫਿਕ ਗਾਲਾਂ ਨਹੀਂ ਕੱਢ ਰਹੀਆਂ, ਮੈਂ ਤੁਹਾਨੂੰ ਗਾਲਾਂ ਨਹੀਂ ਜੇ ਕੱਢੀਆਂ, ਉਹ ਨਾ ਵੇ ਮੈਨੂੰ ਕੱਢੋਗੇ ਮੈਂ ਵੀ ਤੁਹਾਨੂੰ ਕੱਢਣ ਲੱਗ ਪਾਵਾਂ, ਫਿਰ ਗੱਲ ਵਿੱਚ ਰਹਿ ਜਾਏਗੀ, ਗੱਲ ਗੋਲੀ ਹੋਵਾਂਗੇ ਦੂਸਰੇ ਨਾਲ। ਗਾਲਾਂ ਕੱਢੋਗੇ, ਗਾਲਾਂ ਕੱਢਾਂਗਾ ਜੇ ਮੈਨੂੰ ਆਉਂਦੀਆਂ ਨੇ ਬੜੀ, ਮੈਂ PhD ਕੀਤੀ ਗਾਲੀਆਂ 'ਚ, ਗਾਲਾਂ ਨਹੀਂ ਕੱਢ ਰਹੀਆਂ, ਮੈਨੂੰ ਦੱਸਣਾ ਮੈਂ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ, ਮੈਂ ਫਿਰ ਉਹਦੇ ਤੇ ਤੁਹਾਨੂੰ ਫਿਰ ਦੁਬਾਰਾ ਦੱਸਾਂਗਾ ਜੀ ਇਹ ਤੁਸੀਂ ਸਹੀ ਕਹਿ ਰਹੇ ਹੋ, ਮੈਂ ਮਾਫੀ ਚਾਹਨਾ, ਮੈਂ ਤੁਸੀਂ ਜਨਾਬ ਗਲਤ ਕਿਹਾ, ਮੈਂ ਗਲਤ ਹੋਵਾਂਗਾ ਮੈਂ ਮਾਫੀ ਮੰਗ ਲਾਂਗਾ, ਲੇਕਿਨ ਗਾਲ ਕੱਢੋਗੇ ਫਿਰ ਮੈਂ ਗਾਲ ਕੱਢਾਂਗਾ। ਇਸ ਵੇਲੇ ਦੋਵਾਂ ਮੈਨੂੰ ਯਾਦ ਰੱਖੋ, ਮੈਂ ਤੁਹਾਨੂੰ ਦੋਵਾਂ ਯਾਦ ਰੱਖਾਂਗਾ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅੱਲਾ ਹਾਫਿਜ਼।